संघर्ष ਦਾ ਤਾਂ ਇਹੋ ਜਿਹਾ ਲੱਗਾ ਕਿ ਮੈਂ ਆਪਣੀ ਜ਼ਿੰਦਗੀ 'ਚ ਇਹ ਤੋਂ ਵੱਡਾ ਕੋਈ ਤੀਰਥ ਨਹੀਂ ਦੇਖਿਆ, ਕਿਉਂਕਿ ਮੈਂ ਤੀਰਥ ਦੇਖੇ ਜਿਹੜੇ ਉਹ ਸਿੱਖਾਂ ਦੇ ਤੀਰਥ ਦੇਖੇ ਜਾਂ ਹਿੰਦੂਆਂ ਦੇ ਜਾਂ ਮੁਸਲਮਾਨਾਂ ਦੇ ਦੇਖੇ ਨੇ। ਇੱਥੇ ਸਰਵ ਧਰਮ ਤੀਰਥ ਹੈ, ਮੁਸਲਮਾਨ ਵੀ ਨੇ ਇਹਦੇ 'ਚ ਹਿੱਸਾ ਪਾ ਰਹੇ, ਸਿੱਖ ਵੀ ਨੇ, ਹਿੰਦੂ ਵੀ ਨੇ, ਹਰ ਧਰਮ ਦੇ ਬੰਦੇ ਨੇ। ਡੇਲੀ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ, ਨਿਊਜ਼ ਤੇ ਵੀ ਦੇਖਦੇ ਹਾਂ। ਹਰਿਆਣਾ ਦੇ ਪੰਜਾਬ ਦੇ ਕਿਸਾਨ ਕਹਿੰਦੇ ਨੇ ਕਿ ਉਹ ਸਾਡੇ ਛੋਟੇ ਭਰਾ ਨੇ, ਸਾਡੇ ਵੱਡੇ ਭਰਾ ਨੇ। ਇਹ ਗੱਲ ਪਹਿਲੀ ਵਾਰ ਦਿਖੀ ਹੈ 1966 ਤੋਂ ਬਾਅਦ, ਜਦ ਤੋਂ ਹਰਿਆਣਾ ਪੰਜਾਬ ਅਲੱਗ ਹੋਏ ਨੇ। ਜਿਹੜਾ ਮੋਦੀ ਹੈ ਉਹ ਫਸ ਗਿਆ ਵਾ, ਉਹ ਇਸ ਕਰਕੇ ਫਸ ਗਿਆ, ਪੈਸਾ ਉਹਨਾਂ ਕੋਲ ਲੈ ਕੇ ਯੂਜ਼ ਕਰ ਲਿਆ ਵਾ। ਹੁਣ ਉਹ ਜੰਜਾਲ ਵਿੱਚ ਫਸ ਗਿਆ। ਜਿਸ ਤਰ੍ਹਾਂ ਇੱਕ ਕੜੱਕੀ 'ਚ ਇੱਕ ਚੂਹਾ ਫਸ ਜਾਂਦਾ, ਉਹ ਕੜੱਕੀ ਵਿੱਚ ਫਸਿਆ ਵਾ ਇਸ ਟਾਈਮ। ਜਿਨ੍ਹਾਂ ਯੋਧਿਆਂ ਨੇ ਤੁਸੀਂ ਵਾਟਰ ਕੈਨਨਸ ਦੇ ਮੂਹਰੇ ਖੜੇ ਦੇਖੇ ਹੋਣੇ, ਜਿਹੜੇ ਛਾਤੀ ਢਾਹ ਕੇ ਖੜੇ, ਠੀਕ ਹੈ। ਵਾਟਰ ਕੈਨਨ ਦਾ ਪਾਣੀ ਮੁੱਕ ਗਿਆ, ਉਹ ਬੰਦਾ 1 ਇੰਚ ਵੀ ਪਿੱਛੇ ਨਹੀਂ ਹਟਿਆ। ਉਹ ਨਸ਼ੇੜੀ ਹੈ, ਉਹ ਤੇ ਵੱਡਾ ਯੋਧਾ ਹੈ ਹੀ ਨਹੀਂ ਕੋਈ ਵੀ। ਪ੍ਰਧਾਨ ਮੰਤਰੀ ਕੋਲ ਹੈਲੀਕਾਪਟਰ ਤਾਂ ਹੋਏਗਾ, ਇੱਕ ਵਾਰੀ ਉੱਡ ਕੇ ਉੱਪਰ ਦੇਖ ਲਵੇ ਕਿ आज़ादी तो बाद इतने बड़ा अंदोलन आज तक नहीं होया। 1947 के बाद मैं नहीं मानता कि इतने बड़ा अंदोलन कोई होया होना है। मेरे भाइयों के हाथ में देकर बंदूकें मुझे धमकाना चाहता है, वो नासमझ आग को फूंक मार कर बुझाना चाहता है, वो नासमझ आग को फूंक मार कर बुझाना चाहता है। रोज उठती है लाशें किसानों की फिर भी ना जाने, रोज उठती है लाशें किसानों की फिर भी ना जाने, हाकिम किसान का और कौन सा सब्र आजमाना चाहता है। किसानी अंदोलन चल रहा। किसान दिल्ली ਦੀਆਂ ਸਰਹੱਦਾਂ ਤੇ ਡਟੇ ਹੋਏ ਨੇ। ਸੈਂਟਰ ਸਰਕਾਰ ਵੱਲੋਂ ਲਿਆਂਦੇ ਗਏ 3 ਕਾਨੂੰਨ ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਘਰਸ਼ ਕਰ ਰਹੇ ਨੇ। ਇੱਥੇ ਵੱਡੇ ਕਾਫਲੇ, ਆਮ ਪਬਲਿਕ ਵੀ ਸਪੋਰਟ ਕਰ ਰਹੀ ਹੈ ਕਿਸਾਨਾਂ ਨੂੰ। ਵੱਡੇ ਕਾਫਲੇ ਜੁੜੇ ਹੋਏ ਨੇ ਕਿਸਾਨਾਂ ਦੇ ਦਿੱਲੀ ਦੇ ਬਾਰਡਰਾਂ ਤੇ ਜਿੱਥੇ ਜਨਤਾ ਆਪਣੀ ਮਾਇਆ ਦੇ ਨਾਲ ਸਪੋਰਟ ਕਰ ਰਹੀ ਆ, ਉੱਥੇ ਹੋਰ ਵੀ ਸਹਿਯੋਗ ਵੀਰ ਆਏ ਨੇ, LED ਲਾਈਟਸ ਲੈ ਕੇ ਆਏ ਨੇ। ਕਰਦੇ ਹਾਂ ਗੱਲ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ, ਪਿੰਡ ਸ਼ੇਰਗੜ੍ਹ ਦੇਹਰਾਦੂਨ ਤੋਂ ਜੀ। ਤੁਸੀਂ ਕਿਸ ਤਰ੍ਹਾਂ ਕੀ ਸੰਯੋਗ ਲੈ ਕੇ ਆਏ ਹੋ ਇੱਥੇ? ਮੈਂ ਤਾਂ ਬਹੁਤ ਨਿੱਕਾ ਜਿਹਾ ਸਹਿਯੋਗ ਲੈ ਕੇ ਆਇਆ ਜੀ। ਮੇਰੇ ਭਾਈ ਸਾਹਿਬ ਇੱਕ ਉਹਨਾਂ ਨੇ ਦੱਸਿਆ ਸੀਗਾ ਕਿ ਕੁਝ ਟਰਾਲੀਆਂ ਵਿੱਚ ਹਨੇਰਾ ਹੈ, ਉਹਨਾਂ ਵਿੱਚ ਲਾਈਟ ਨਹੀਂ ਹੈਗੀ, ਤਾਂ ਟਰੈਕਟਰ ਦੀਆਂ ਬੈਟਰੀਆਂ ਨਾਲ ਅਸੀਂ ਜੁਗਾੜ ਸਿਸਟਮ ਨਾਲ 5-5 ਮੀਟਰ ਤਾਰਾਂ ਨਾਲ LED ਲਾਈਟਾਂ ਬਣਾ ਕੇ ਲੈ ਕੇ ਆਏ ਹਾਂ ਜੀ। ਹਾਂਜੀ। ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇੱਥੇ ਆ ਕੇ? ਜੋ ਸੰਘਰਸ਼ ਚੱਲ ਰਿਹਾ, ਹਵਾਵਾਂ ਵਗ ਰਹੀਆਂ ਨੇ, ਕਿੱਦਾਂ ਦਾ ਲੱਗਿਆ? ਸੰਘਰਸ਼ ਦਾ ਤਾਂ ਇਹੋ ਜਿਹਾ ਲੱਗਾ ਕਿ ਮੈਂ ਆਪਣੀ ਜ਼ਿੰਦਗੀ 'ਚ ਇਹ ਤੋਂ ਵੱਡਾ ਕੋਈ ਤੀਰਥ ਨਹੀਂ ਦੇਖਿਆ, ਕਿਉਂਕਿ ਮੈਂ ਤੀਰਥ ਦੇਖੇ ਜਿਹੜੇ ਉਹ ਸਿੱਖਾਂ ਦੇ ਤੀਰਥ ਦੇਖੇ ਜਾਂ ਹਿੰਦੂਆਂ ਦੇ ਜਾਂ ਮੁਸਲਮਾਨਾਂ ਦੇ ਦੇਖੇ ਨੇ। ਇੱਥੇ ਸਰਵ ਧਰਮ ਤੀਰਥ ਹੈ, ਮੁਸਲਮਾਨ ਵੀ ਨੇ ਇਹਦੇ 'ਚ ਹਿੱਸਾ ਪਾ ਰਹੇ, ਸਿੱਖ ਵੀ ਨੇ, ਹਿੰਦੂ ਵੀ ਨੇ, ਹਰ ਧਰਮ ਦੇ ਬੰਦੇ ਨੇ ਤੇ ਹਰ ਵਰਗ ਦੇ। ਪੈਦਲ ਤੋਂ ਲੈ ਕੇ ਫੋਰਚੂਨਰ ਵਾਲਾ, ਟਰਾਲੀਆਂ ਵਾਲੇ, ਬੱਸਾਂ ਵਾਲੇ, ਟਰੱਕਾਂ ਵਾਲੇ, ਹਰ ਕੋਈ ਇੱਥੇ ਸਹਿਯੋਗ ਪਾ ਰਿਹਾ ਹੈ। ਹਰ ਕੋਈ ਆਪਣਾ ਜੋ ਅੰਸ਼ ਦੇ ਸਕਦਾ ਹੈ ਉਹ ਦੇ ਰਿਹਾ ਹੈ। ਹਾਂਜੀ। ਜਿੱਦਾਂ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਇਹ ਅੰਦੋਲਨ ਨੂੰ ਖਾਲਿਸਤਾਨੀ ਸਪੋਰਟ ਕਰ ਰਹੇ ਨੇ, ਦੇਸ਼ ਵਿਰੋਧੀ ਤਾਕਤਾਂ ਵੱਲੋਂ ਫੰਡ ਆ ਰਿਹਾ ਜਾਂ ਪਾਕਿਸਤਾਨ ਜਾਂ ਚੀਨ ਨਾਲ ਤਾਰਾਂ ਜੋੜੀਆਂ ਜਾ ਰਹੀਆਂ ਨੇ, ਕੀ ਕਹੇਂਗੇ ਉਹ? ਅੱਤਵਾਦੀ ਜਾਂ ਖਾਲਿਸਤਾਨੀ ਕਹਿਣ ਤੇ ਤਾਂ ਸਰਕਾਰ ਦੇ ਮੂੰਹ ਤੇ ਕਈ ਵਾਰੀ ਚਪੇੜਾਂ ਪੈ ਚੁੱਕੀਆਂ ਨੇ। ਜਦੋਂ ਸਾਡੇ ਦੇਸ਼ ਦੇ ਸਾਡੇ ਭਰਾਵਾਂ ਨੇ, ਹਰਿਆਣਾ ਦੇ ਭਰਾਵਾਂ ਨੇ ਜਦੋਂ ਕਹਿਤਾ ਕਿ ਜੇ ਪੰਜਾਬ ਵਾਲੇ ਖਾਲਿਸਤਾਨੀ ਨੇ ਤਾਂ ਅਸੀਂ ਵੀ ਖਾਲਿਸਤਾਨੀ ਹੈ, ਜਦੋਂ ਯੂਪੀ ਵਾਲਿਆਂ ਨੇ ਕਹਿਤਾ ਕਿ ਅਗਰ ਸਾਡੇ ਭਰਾ ਬਾਕੀ ਕਿਸਾਨ ਖਾਲਿਸਤਾਨੀ ਹੈ ਤਾਂ ਯੂਪੀ ਵਾਲਾ ਵੀ ਖਾਲਿਸਤਾਨੀ ਹੈ, ਸਰਕਾਰ ਦੇ ਮੂੰਹ ਤੇ ਇਹ ਤੇ ਵੱਡੀ ਚਪੇੜ ਹੋਰ ਕੀ ਪੈਣੀ ਹੈ? ਜੇ ਇਹ ਤੇ ਵੱਡਾ ਕੋਈ ਥੱਪੜ ਹੈ ਤਾਂ ਮੈਂ ਨਹੀਂ ਸਮਝਦਾ। ਜੇ ਮਾੜੀ ਜਿਹੀ ਵੀ ਸ਼ਰਮ ਹੋਵੇ ਤਾਂ ਸਰਕਾਰ ਡੁੱਬ ਮਰੇ, ਇਹ ਕਾਨੂੰਨ ਵਾਪਸ ਲੈ ਲੇ ਜਲਦ ਤੋਂ ਜਲਦ। ਇਹ ਤੋਂ ਪਹਿਲਾਂ ਕਿ ਉਹਨਾਂ ਦੀ ਹੋਰ ਮਿੱਟੀ ਪਲੀ ਤੋਂ ਸਰਕਾਰ ਦੀ ਹੋਰ ਜ਼ਿਆਦਾ ਇਨਸਲਟ ਹੋ, ਇੰਟਰਨੈਸ਼ਨਲ ਲੈਵਲ ਤੇ ਵੀ ਨੈਸ਼ਨਲ ਲੈਵਲ ਤੇ ਵੀ ਉਹਨਾਂ ਨੂੰ ਇਹ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਆ। ਪਰ ਉਹ ਤਾਂ ਕਹਿ ਰਹੇ ਨੇ ਕਾਨੂੰਨ ਵਾਪਸ ਨਹੀਂ ਹੋਣਗੇ, ਸੋਧ ਕਰ ਦਾਂਗੇ। ਮੀਟਿੰਗਾਂ ਨੂੰ ਬੁਲਾ ਰਹੇ ਨੇ, ਅੱਜ ਵੀ ਚਿੱਠੀ ਆਈ ਆ ਕਿਸਾਨਾਂ ਨੂੰ, ਮੀਟਿੰਗ ਚੱਲ ਰਹੀ ਆ ਕਾਨਫਰੰਸ ਕਿਸਾਨਾਂ ਦੀ, ਤੇ ਉਹ ਕਹਿ ਰਹੇ ਨੇ ਅਸੀਂ ਸੋਧ ਨਹੀਂ ਕਰਾਂਗੇ, ਉਹ ਬਿੱਲ ਵਾਪਸ ਨਹੀਂ ਲਵਾਂਗੇ, ਸੋਧ ਕਰ ਦਾਂਗੇ। ਕੀ ਲੱਗਦਾ ਤੁਹਾਨੂੰ? ਸੋਧ ਕਿਸ ਵਾਸਤੇ ਕਰਨਾ ਹੈ? ਜਦੋਂ ਸਾਰੀ ਚੀਜ਼ਾਂ ਗਲਤ ਨੇ ਤਾਂ ਸੋਧ ਕਿਸ ਵਾਸਤੇ ਕਰਨਾ ਹੈ? ਜਿਹੜੇ 3 ਕਾਨੂੰਨ ਨੇ, ਹਰ ਕਾਨੂੰਨ ਵਿੱਚ ਗਲਤੀ ਹੈ, ਹਰ ਕਾਨੂੰਨ ਗਲਤ ਹੈ, ਠੀਕ ਹੈ। ਜੇ ਆਪਾਂ APMC ਮੰਡੀ ਦੀ ਗੱਲ ਕਰੀਏ ਤਾਂ ਯੂਪੀ, ਮੈਂ ਉੱਤਰਾਖੰਡ ਤੋਂ ਬਿਲੋਂਗ ਕਰਦਾ, ਠੀਕ ਹੈ। ਯੂਪੀ ਬਿਹਾਰ ਵਿੱਚ ਸਾਡੇ ਉਧਰ APMC ਮੰਡੀ ਐਡੀਸ਼ਨਲ ਮੰਡੀਆਂ ਨੇ, ਰੇਟ ਤਾਂ ਮਿਲਦਾ ਨਹੀਂ। ਰੇਟ ਇੱਥੇ 1840 ਰੁਪਏ ਰੇਟ ਹੈ ਜੋ ਝੋਨੇ ਦਾ ਰੇਟ ਹੈ, ਠੀਕ ਹੈ। ਉੱਥੇ 900 ਰੁਪਇਆ, 10,000 ਰੁਪਇਆ, 1200 ਰੁਪਇਆ। ਮੱਕੀ ਜਿਹਦਾ ਸਰਕਾਰੀ ਰੇਟ 1925 ਰੁਪਏ ਆ, ਮੱਕੀ ਜਿਹਨੂੰ ਕਹਿੰਦੇ ਆ, ਉਹ ਐਤਕੀ ਰੁਲਦੀ ਫਿਰਦੀ। ਜੇ ਆਪਾਂ ਹਿਮਾਚਲ ਦੀ ਗੱਲ ਕਰੀਏ ਉੱਥੇ 1200 ਰੁਪਇਆ, ਉੱਤਰਾਖੰਡ ਦੀ ਗੱਲ ਕਰੀਏ 1400 ਦੇ ਰੇਟ ਨੂੰ, ਹਰਿਆਣਾ ਦੀ ਗੱਲ ਕਰੀਏ 800-900 ਰੁਪਏ ਨੂੰ ਵਿਕੀ ਹੈ। ਕਿੱਥੇ ਗਿਆ ਸਰਕਾਰ ਦਾ MSP? ਜਦ ਕਾਨੂੰਨ ਹੀ ਨਹੀਂ ਹੈਗਾ ਕੋਈ ਤਾਂ ਗਵਰਨਮੈਂਟ ਕਿਉਂ ਨਹੀਂ ਮੰਨਦੀ ਉਹਨੂੰ? ਜੋ ਚੀਜ਼ ਝੂਠ ਹੈ ਉਸ ਚੀਜ਼ ਨੂੰ ਕਿਉਂ ਨਹੀਂ ਮੰਨਦੀ ਗਵਰਨਮੈਂਟ? ਆਪਣੇ ਝੂਠ ਨੂੰ ਮੰਨ ਲੈਣਾ ਚਾਹੀਦਾ, ਠੀਕ ਹੈ। ਆਪਣੀ ਇਹ ਬੇਸ਼ਰਮੀ ਤੋੜ ਕੇ
ਸੱਚ ਪਰ ਆ ਜਾਣਾ ਚਾਹੀਦਾ ਸਰਕਾਰ ਨੂੰ। ਪ੍ਰਧਾਨ ਮੰਤਰੀ ਇੱਕ ਬਹੁਤ ਰਿਸਪੈਕਟਡ ਪੋਸਟ ਹੈ, ਅਸੀਂ ਉਹਨੂੰ ਕੋਈ ਮੰਦਾ ਚੰਗਾ ਨਹੀਂ ਕਹਿਣਾ ਚਾਹੁੰਦੇ, ਠੀਕ ਹੈ। ਕਿਸੇ ਨਾਲ ਨਰਿੰਦਰ ਮੋਦੀ ਨਾਲ ਪਰਸਨਲੀ ਕਿਸੇ ਦੀ ਕੋਈ ਦੁਸ਼ਮਣੀ ਨਹੀਂ ਹੈਗੀ। ਨਰਿੰਦਰ ਮੋਦੀ ਸਿਰਫ ਇੱਕ ਪੋਸਟ ਤੇ ਬੈਠੇ ਨੇ, ਉਹ ਹਟ ਜਾਣਗੇ ਕੋਈ ਹੋਰ ਆ ਜਾਏਗਾ, ਠੀਕ ਹੈ। ਪੋਸਟ ਦਾ सम्मान ਹਮੇਸ਼ਾ ਰਹੇਗਾ, ਜੋ ਪ੍ਰਧਾਨ ਮੰਤਰੀ ਪੋਸਟ ਹੈ ਉਹਦਾ ਪੂਰਾ सम्मान ਹੈ ਜੀ। ਪਰ ਪ੍ਰਧਾਨ ਮੰਤਰੀ ਨੂੰ ਇਹ ਨਿਵੇਦਨ ਹੈ ਕਿ ਉਹ ਇਸ ਪੋਸਟ ਨੂੰ ਬਦਨਾਮ ਨਾ ਕਰੇ ਤੇ ਐਦਾਂ ਦੇ ਫੈਸਲੇ ਨਾ ਲਏ ਕਿ ਲੋਕ ਉਹਦੇ ਖਿਲਾਫ ਕੁਝ ਗਲਤ ਬੋਲਣ। ਉੱਤਰਾਖੰਡ ਤੋਂ ਆਏ ਹੋ, ਉੱਥੇ ਦੀ ਕੀ ਪੋਜੀਸ਼ਨ ਹੈ? ਕਿਸਾਨਾਂ ਦਾ ਕਿੱਦਾਂ ਦੇ ਅੰਦੋਲਨ ਕਰ ਰਹੇ ਨੇ? ਕੀ ਇੱਥੇ ਸ਼ਾਮਲ ਹੋਣ ਲਈ ਕਿਸਾਨ ਆ ਰਹੇ ਨੇ ਰਸਤੇ 'ਚ? ਕਿੱਦਾਂ ਹਾਂਜੀ, ਉੱਤਰਾਖੰਡ ਦਾ ਜਿਹੜਾ ਖੇਤੀ ਕਿਸਾਨੀ ਇਲਾਕਾ ਹੈ, ਦੇਹਰਾਦੂਨ ਦਾ ਅੱਧਾ ਏਰੀਆ ਤੇ ਹਰਿਦੁਆਰ ਤੇ ਉਦਮ ਸਿੰਘ ਨਗਰ, ਜਿਹੜੇ ਕਿਸਾਨੀ 3 ਜ਼ਿਲ੍ਹੇ ਨੇ। ਬਾਕੀ ਪਹਾੜੀ ਜ਼ਿਲ੍ਹੇ ਨੇ, ਉਹਨਾਂ ਕੋਲ ਤਾਂ ਅਨਾਜ ਹੁੰਦਾ ਹੀ ਇੰਨਾ ਕਿ ਜਿਹੜਾ ਆਪਣੇ ਘਰ ਜੋਗਾ ਪੂਰਾ ਹੁੰਦਾ ਹੈ। ਤੇ ਜਿਹੜੇ ਇਲਾਕੇ ਹੈਗੇ ਨੇ, ਇਹਨਾਂ ਵਿੱਚੋਂ ਟਰਾਲੀਆਂ ਆਈਆਂ ਹੋਈਆਂ ਨੇ। ਮੈਂ ਖੁਦ ਆਇਆ ਹੋਇਆ, ਸਾਡੇ ਪਿੰਡਾਂ ਵਿੱਚੋਂ, ਨਾਲ ਦੇ ਪਿੰਡਾਂ ਵਿੱਚੋਂ ਟਰਾਲੀਆਂ ਆਈਆਂ ਹੋਈਆਂ ਜੀ। ਹਾਂਜੀ, ਕਿੱਦਾਂ ਲੱਗ ਰਿਹਾ ਹੈ? ਜਿੱਦਾਂ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਸੀ ਨੌਜਵਾਨ ਕੁਰਾਹੇ ਪੈ ਗਏ, ਨਸ਼ੇੜੀ ਨੇ, ਅੱਜ ਤੁਹਾਨੂੰ ਕੀ ਲੱਗਿਆ ਇੱਥੇ ਆ ਕੇ? ਮੈਨੂੰ ਇੰਨਾ ਕੁ ਚੰਗਾ ਲੱਗਾ ਕਿ ਜੋ ਸਾਡੇ ਇਹ ਸੂਬੇ ਨੇ, ਜਿਹੜੇ ਬਹੁਤ ਹੀ ਪ੍ਰੋਸਪਰਸ ਸੂਬੇ ਮੰਨੇ ਜਾਂਦੇ, ਹਰਿਆਣਾ, ਪੰਜਾਬ, ਯੂਪੀ ਬਹੁਤ ਵੱਡਾ ਏਰੀਆ ਹੈ, ਠੀਕ ਹੈ, ਨਾਲ ਰਾਜਸਥਾਨ ਲੱਗਦਾ, ਤੇ ਇਹ ਬਹੁਤ ਪ੍ਰੋਸਪਰ ਏਰੀਆ ਨੇ। ਗੌਰਮੈਂਟ ਕੀ ਕਰਦੀ ਹੈ? ਗੌਰਮੈਂਟ ਕੋਲ ਕੋਈ ਕਿਸੇ ਤਰ੍ਹਾਂ ਦਾ ਵਿਕਾਸ ਕਰਕੇ ਤਾਂ ਕੋਈ ਵੋਟ ਲੈਣ ਦਾ ਤਰੀਕਾ ਹੈ ਨਹੀਂ। ਡਿਵਾਈਡ ਐਂਡ ਰੂਲ ਕਰਦੀ ਹੈ ਗੌਰਮੈਂਟ, ਠੀਕ ਹੈ। ਬੱਚਿਆਂ ਨੂੰ ਨਸ਼ੇ ਤੇ ਲਗਾਉਣਾ, ਠੀਕ ਹੈ, ਤੇ ਉਹਨਾਂ ਨੂੰ ਫਿਰ ਉਹਨਾਂ ਨਸ਼ੇੜੀ ਬੱਚਿਆਂ ਤੋਂ ਫਿਰ ਆਪਣੇ ਪ੍ਰਚਾਰ ਕਰਾਉਣੇ, ਤਾਂ ਉਹਨਾਂ ਨੂੰ ਪਾਰਟੀ ਫੰਡ ਦੇਣੇ। ਇਹੀ ਪੁੱਠੇ ਕੰਮ ਗੌਰਮੈਂਟ ਹਮੇਸ਼ਾ, ਇਹ ਹਰ ਸਰਕਾਰ ਦਾ ਕੰਮ ਹੈ ਇਹ, ਠੀਕ ਹੈ। ਆਪਾਂ ਕਿਸੇ ਪਾਰਟੀਕੂਲਰ ਸਰਕਾਰ ਨੂੰ ਨਹੀਂ ਕਹਿ ਰਹੇ, ਠੀਕ ਹੈ। ਬਟ ਸਾਡੇ ਬੱਚੇ, ਮੈਂ ਤਾਂ ਨਹੀਂ ਕਹਿੰਦਾ, ਜਿਨ੍ਹਾਂ ਯੋਧਿਆਂ ਨੇ, ਤੁਸੀਂ ਵਾਟਰ ਕੈਨਨਸ ਦੇ ਮੂਹਰੇ ਖੜੇ ਦੇਖੇ ਹੋਣੇ, ਜਿਹੜੇ ਛਾਤੀ ਢਾਹ ਕੇ ਖੜੇ, ਠੀਕ ਹੈ। ਵਾਟਰ ਕੈਨਨ ਦਾ ਪਾਣੀ ਮੁੱਕ ਗਿਆ, ਉਹ ਬੰਦਾ 1 ਇੰਚ ਵੀ ਪਿੱਛੇ ਨਹੀਂ ਹਟਿਆ, ਉਹ ਨਸ਼ੇੜੀ ਹੈ। ਉਹ ਤੇ ਵੱਡਾ ਯੋਧਾ ਹੈ ਹੀ ਨਹੀਂ ਕੋਈ ਵੀ, ਠੀਕ ਹੈ। ਜਿਨ੍ਹਾਂ ਨੇ ਜਿਹੜੇ ਬੈਰੀਕੇਡਿੰਗ, ਜਿਹੜੇ ਪੱਥਰ ਦੇ ਬੈਰੀਕੇਡਿੰਗ, ਜਿਹੜੇ ਗੌਰਮੈਂਟ ਨੇ ਕਰੇਨਾ ਲਾ ਕੇ ਰੱਖੇ, ਜਿਨ੍ਹਾਂ ਨੇ ਹੱਥਾਂ ਨਾਲ ਖਿੱਚ ਕੇ ਸਾਈਡ ਕਰਤੇ ਮੁੰਡਿਆਂ ਨੇ, ਉਹ ਨਸ਼ੇੜੀ ਨੇ। ਨਸ਼ੇੜੀ ਤਾਂ ਇਹ ਗੌਰਮੈਂਟ ਹੈ, ਇਹ ਮੰਤਰੀ ਨਸ਼ੇੜੀ ਨੇ, ਜਿਹੜੇ ਪਤਾ ਨਹੀਂ ਕਿਹੜੇ ਨਸ਼ੇ ਵਿੱਚ ਕਾਨੂੰਨ ਬਣਾ ਰਹੇ ਨੇ, ਠੀਕ ਹੈ। ਕਾਰਪੋਰੇਟ ਦਾ ਇੰਨਾ ਵੀ ਅਸਰ ਨਹੀਂ ਹੋਣਾ ਚਾਹੀਦਾ ਕਿ ਉਹ ਦੇਸ਼ ਨੂੰ ਹੀ ਲੁੱਟ ਖਾਏ, ਠੀਕ ਹੈ। ਕਾਰਪੋਰੇਟ ਤੇ ਗੌਰਮੈਂਟ, ਅਸੀਂ ਵੀ ਦੇਖੋ ਇਸੇ ਸਮਾਜ ਵਿੱਚ ਰਹਿੰਦੇ ਹਾਂ, ਸਾਨੂੰ ਪਤਾ ਹੈ ਗੌਰਮੈਂਟ ਕਾਰਪੋਰੇਟ ਤੇ ਪੈਸਾ ਚੱਕਦੀ ਹੈ, ਠੀਕ ਹੈ। ਸਭ ਨੂੰ ਪਤਾ ਹੈ, ਬੱਚੇ ਨੂੰ ਪਤਾ ਹੈ ਕਿ ਗੌਰਮੈਂਟ ਪੈਸਾ ਚੱਕਦੀ ਹੈ। ਗੌਰਮੈਂਟ ਨੂੰ ਚੋਰ ਕਹਿਣਾ ਬਹੁਤ ਚੰਗੀ ਗੱਲ ਨਹੀਂ, ਚਲੋ ਠੀਕ ਹੈ, ਹਾਲਾਂਕਿ ਚੋਰ ਹੀ ਹੈ ਜੀ। ਬਟ ਆਪਾਂ ਫਿਰ ਵੀ ਇਹ ਮੰਨਦੇ ਹਾਂ ਕਿ ਚਲੋ ਉਹ ਫੰਡ ਚੱਕਦੇ ਨੇ, ਬਟ ਇੰਨਾ ਵੀ ਅਤਿਆਚਾਰ ਨਾ ਕਰੋ ਕਿ ਤੁਸੀਂ ਸਾਨੂੰ ਰੋਟੀ ਖਾਣ ਜੋਗੇ ਨਾ ਛੱਡੋ, ਕਿਸਾਨਾਂ ਨੂੰ ਰੋਟੀ ਖਾਣ ਜੋਗੇ ਨਾ ਛੱਡੋ, ਠੀਕ ਹੈ। ਇੰਨਾ ਵੀ ਕਿਸਾਨੀ ਦਾ ਘਾਣ ਨਾ ਕਰੋ, ਇੰਨਾ ਵੀ ਮਜ਼ਦੂਰ ਦਾ, ਜਿਵੇਂ ਲੇਬਰ ਲਾਜ਼ ਸਾਰੇ ਅਮੈਂਡ ਕਰਤੇ ਇਹਨਾਂ ਨੇ। ਲੇਬਰ ਲਾਜ਼ ਕੋਰੋਨਾ ਦਾ ਆਸਰਾ ਲੈ ਕੇ ਇਹਨਾਂ ਨੇ ਲੇਬਰ ਲਾਜ਼ ਹਟਾਤੇ ਯੂਪੀ ਵਿੱਚ, ਤੇ ਇਹ ਕੋਈ ਚੰਗੀ ਗੱਲ ਹੈ, ਠੀਕ ਹੈ। ਇਨਸਾਨ ਗਰੀਬ ਨੂੰ ਮਾਰ ਰਹੇ ਤੇ ਅਮੀਰ ਨੂੰ ਹੋਰ ਉਹਦਾ ਘਰ ਭਰ ਰਹੇ, ਉਹ ਤੋਂ ਬਸ ਫੰਡ ਲੈ ਲੈਂਦੇ ਨੇ, ਠੀਕ ਹੈ। ਕਿਸਾਨਾਂ ਦੀ ਕੋਈ ਮਤਲਬ ਨੈਸ਼ਨਲ ਲੈਵਲ ਤੇ ਆਪਾਂ ਇਹ ਕਹਿੰਦੇ ਹਾਂ ਕਿ ਕੋਈ ਯੂਨੀਅਨ ਹੈ ਨਹੀਂ, ਤਾਂ ਉਹਦੇ ਨਾਲ ਕੋਈ ਸੈਟਿੰਗ ਨਹੀਂ ਹੈ, ਠੀਕ ਹੈ। ਕੋਈ ਪੈਸਾ ਨਹੀਂ ਮਿਲ ਰਿਹਾ ਇਹਨਾਂ ਨੂੰ ਪੈਸਾ ਮਿਲ ਰਿਹਾ ਕਾਰਪੋਰੇਟ ਤੇ, ਤਾਂ ਕਾਰਪੋਰੇਟ ਦਾ ਹੀ ਪੱਖ ਪੂਰ ਰਹੇ ਨੇ। ਇਹ ਨਰਿੰਦਰ ਮੋਦੀ ਸਾਹਿਬ ਦਾ ਬਿਆਨ ਆਉਂਦਾ ਕਿ ਕਿਸਾਨਾਂ ਨੂੰ ਹੋਣ ਲੱਗਿਆ ਨਵੇਂ ਖੇਤੀ ਕਾਨੂੰਨਾਂ ਦਾ ਲਾਭ, ਕਿੱਦਾਂ ਲੱਗਦਾ ਹੋਣ ਲੱਗਿਆ ਕੋਈ ਲਾਭ? ਕੋਈ ਲਾਭ ਨਹੀਂ ਹੋ ਰਿਹਾ ਜੀ। ਜਿਹੜੇ ਆਪਾਂ ਬਹੁਤ ਸਾਰੀਆਂ ਚੀਜ਼ਾਂ, ਮੈਂ ਬਹੁਤ ਸਾਰੇ ਏਜੰਡੇ ਤੇ ਵਾਰ ਵੇਖੀਆਂ ਨੇ, ਉਹਨਾਂ ਨੇ ਕਿਹਾ ਕਿ ਅਸੀਂ 6000 ਰੁਪਇਆ ਕਿਸਾਨਾਂ ਦੇ ਅਕਾਊਂਟ ਵਿੱਚ ਪਾਇਆ ਹੈ। ਉਹ ਜੋ 6000 ਹੈ ਉਹਨੂੰ सम्मान ਨਿਧੀ ਕਹਿੰਦੇ ਨੇ। ਉਹ सम्मान ਨਿਧੀ ਨਹੀਂ, ਉਹ ਅਪਮਾਨ ਨਿਧੀ ਹੈ, ਠੀਕ ਹੈ। ਅਗਰ ਕਿਸੇ ਬੰਦੇ ਨੂੰ ਤੁਸੀਂ ਫ੍ਰੀ ਦਾ ਪੈਸਾ ਦੇ ਰਹੇ ਹੋ, ਠੀਕ ਹੈ, ਉਹਦਾ ਇੱਕ ਤਰ੍ਹਾਂ ਅਪਮਾਨ ਹੀ ਹੋਇਆ। ਉਹਦਾ ਹੱਕ ਦੇਣਾ ਚਾਹੀਦਾ ਹੈ। ਜੋ ਕਿਸਾਨ ਨੂੰ ਬਣਦਾ ਰੇਟ ਸੀਗਾ, ਉਹ ਬਣਦਾ ਰੇਟ ਨਾ ਦੇ ਕੇ ਉਹਦਾ ਹੱਕ ਖੋ ਕੇ ਉਹਨੂੰ ਦਾਨ ਦੇ ਰਹੇ ਹੋ ਤੁਸੀਂ 6000, ਉਹਦਾ ਅਪਮਾਨ ਕਰ ਰਹੇ ਹੋ ਤੁਸੀਂ ਕਿਸਾਨ ਦਾ। ਦੇਸ਼ ਦੇ ਹਰ ਕਿਸਾਨ ਦਾ ਅਪਮਾਨ ਕੀਤਾ ਹੈ ਮੌਜੂਦਾ ਸਰਕਾਰ ਨੇ, ਤੇ ਪਹਿਲੀਆਂ ਸਰਕਾਰਾਂ ਦਾ ਕਹਿਣਾ ਹੀ ਕੀ ਹੈ। ਕਿਸਾਨ ਤੇ ਜਵਾਨ ਨੂੰ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਇਆ ਜਾਂਦਾ, ਪਰ ਕਿਸਾਨ ਸੜਕਾਂ ਤੇ ਰੁਲ ਰਹੇ ਨੇ। ਕਿਸਾਨਾਂ ਦੇ ਜਿਹੜੇ ਪੁੱਤਰ ਨੇ ਬਾਰਡਰਾਂ ਤੇ ਸ਼ਹੀਦ ਹੋ ਰਹੇ ਨੇ, ਦੇਸ਼ ਦੀ ਰੱਖਿਆ ਲਈ ਖੜੇ ਨੇ ਦਿਨ ਰਾਤ ਠੰਡ ਦੇ ਵਿੱਚ। ਕੀ ਲੱਗਦਾ ਇਹ ਸਰਕਾਰਾਂ ਨੇ ਜਿਹੜੀਆਂ ਇਹ ਰਾਜਨੀਤੀ ਖੇਡ ਕੇ ਸਾਨੂੰ ਇਦਾਂ ਹੀ ਯੂਜ਼ ਕਰਦੀਆਂ ਰਹਿਣਗੀਆਂ, ਜਾਂ ਅੱਗੇ ਕੋਈ ਬਦਲਾਅ ਆਊਗਾ ਜੇ ਸੰਘਰਸ਼ ਉੱਠਿਆ ਜੀ? ਦੇਖੋ ਜੀ, ਜੇ ਆਪਾਂ ਜਵਾਨ ਦੀ ਗੱਲ ਕਰੀਏ ਤਾਂ ਜਿਹੜੇ ਜਵਾਨ ਨੇ, ਆਪਾਂ ਹਮੇਸ਼ਾ ਜੈ ਜਵਾਨ ਕਹਾਂਗੇ, ਉਹ ਸਾਡੇ ਭਰਾ ਨੇ, ਸਾਡੇ ਕਿਸਾਨਾਂ ਦੇ ਬੱਚੇ ਨੇ। ਕਿਸੇ ਜਿਹੜੇ MP ਬੈਠੇ ਨੇ, ਜਾਂ ਜਿਹੜੇ ਵੱਡੇ ਕਾਰੋਬਾਰੀ, ਜਿਹੜੇ ਕਾਰਪੋਰੇਟ ਘਰਾਣੇ ਨੇ, ਕਾਰਪੋਰੇਟ ਘਰਾਣੇ ਦਾ ਕੋਈ ਸਿਪਾਹੀ ਨਹੀਂ ਹੈ ਬੱਚਾ ਭਰਤੀ ਹੋਇਆ ਵਾ, ਠੀਕ ਹੈ। ਕੋਈ ਜਨਰਲ ਡਿਊਟੀ ਵਾਲਾ ਆਰਮੀ ਮੈਨ ਕਿਸੇ ਨੇਤਾ ਦਾ ਬੱਚਾ ਨਹੀਂ ਹੈ। ਉਹ ਸਾਡੇ ਕਿਸਾਨਾਂ ਦੇ ਬੱਚੇ ਨੇ, ਮਜ਼ਦੂਰਾਂ ਦੇ ਬੱਚੇ ਨੇ। ਮਜ਼ਦੂਰ ਦਾ ਬੱਚਾ ਜੇ ਫੌਜੀ ਬਣ ਜਾਂਦਾ ਬਹੁਤ ਖੁਸ਼ ਹੁੰਦਾ ਹੈ, ਠੀਕ ਹੈ। ਤੇ ਉਹ ਸਾਡੇ ਭਰਾ ਨੇ, ਅਸੀਂ ਉਹਨਾਂ ਦੇ ਖਿਲਾਫ ਬਿਲਕੁਲ ਵੀ ਨਹੀਂ ਹੈਗੇ, ਤੇ ਅਸੀਂ ਉਮੀਦ ਕਰਦੇ ਹਾਂ ਉਹ ਵੀ ਸਾਡੇ ਖਿਲਾਫ ਹੈ ਨਹੀਂ, ਠੀਕ ਹੈ। ਸਾਡੇ ਭਰਾ ਨੇ। ਤੇ ਕੀ ਲੱਗਦਾ ਇਹ ਰਾਜਨੀਤਿਕ ਜਿਹੜੇ ਪਾਰਟੀਆਂ ਨੇ ਉਹਨਾਂ 'ਚ ਕੋਈ ਬਦਲਾਅ ਆਊਗਾ ਇਹ ਸੰਘਰਸ਼ ਨੂੰ ਦੇਖ ਕੇ? ਕੋਈ ਨਵਾਂ ਰੂਪ ਲੈਣਗੀਆਂ ਸਾਡੇ ਸਿਆਸਤਾਂ? ਦੇਖੋ, ਸਿਆਸਤਾਂ ਜਦੋਂ ਵੀ ਕੋਈ ਸੰਘਰਸ਼ ਉੱਠਦਾ ਹੈ ਤਾਂ ਉਹ
ਉਹ ਸਿਆਸਤਾਂ ਨੂੰ ਵੀ, ਦੇਸ਼ ਦੀ ਪਨੀਰੀ ਦੇ ਰੁਖ ਨੂੰ ਵੀ ਬਦਲਦਾ ਹੈ। ਦੇਸ਼ ਦੇ ਆਪਾਂ ਮੰਨਦੇ ਹਾਂ ਜਿਹੜੇ ਜੇ ਕੋਈ ਬੱਚਾ ਕਿਸੇ ਨਸ਼ੇ ਵੱਲ ਤੁਰ ਵੀ ਪਿਆ ਹੋਊਗਾ ਉਹ ਵੀ ਵਾਪਸ ਮੁੜੇਗਾ। ਜੇ ਕੋਈ ਆਪਣੇ ਧਰਮ ਨੂੰ, ਹਿੰਦੂ ਧਰਮ ਨੂੰ ਜਾਂ ਸਿੱਖ ਧਰਮ ਨੂੰ ਛੱਡ ਕੇ ਕਿਤੇ ਹੋਰ ਜਾ ਰਿਹਾ ਹੋਏਗਾ ਉਹ ਵੀ ਵਾਪਸ ਮੁੜੇਗਾ। ਠੀਕ ਹੈ, ਜੇ ਕੋਈ ਕੁਰਾਹੇ ਪੈ ਗਿਆ ਸੀਗਾ ਉਹ ਸਾਰੇ ਵਾਪਸ ਆਉਣਗੇ। ਇਹ ਸੰਘਰਸ਼ ਸਾਰਿਆਂ ਨੂੰ ਵਾਪਸ ਜੋੜ ਰਿਹਾ ਹੈ। ਠੀਕ ਹੈ, ਦੇਸ਼ ਦੀਆਂ ਜਿਹੜੇ ਆਪਾਂ ਹਰਿਆਣਾ ਪੰਜਾਬ, ਜਿਵੇਂ ਡੇਲੀ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ, ਨਿਊਜ਼ ਤੇ ਵੀ ਦੇਖਦੇ ਹਾਂ, ਹਰਿਆਣਾ ਦੇ ਪੰਜਾਬ ਦੇ ਕਿਸਾਨ ਕਹਿੰਦੇ ਨੇ ਕਿ ਉਹ ਸਾਡੇ ਛੋਟੇ ਭਰਾ ਨੇ, ਸਾਡੇ ਵੱਡੇ ਭਰਾ ਨੇ। ਇਹ ਗੱਲ ਪਹਿਲੀ ਵਾਰ ਦਿਖੀ ਹੈ 1966 ਤੋਂ ਬਾਅਦ, ਜਦ ਤੋਂ ਹਰਿਆਣਾ ਪੰਜਾਬ ਅਲੱਗ ਹੋਏ ਨੇ। ਠੀਕ ਹੈ, ਤੇ ਇਹ ਜਿਹੜੀਆਂ ਸਾਡੀ ਪੋਲੀਟੀਕਲ ਪਾਰਟੀਆਂ ਹੈ ਇਹ ਵੀ ਇਹਦੇ ਵਿੱਚੋਂ ਸਿੱਖ ਲੈ ਲੈਣ। ਜੇ ਉਹਨਾਂ ਨੇ ਨਹੀਂ ਲਈ ਹੈ ਤਾਂ ਓਬਵੀਅਸਲੀ ਉਹ ਲੈਣਗੀਆਂ, ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਸਰਵਾਈਵ ਕਰਨਾ ਹੈ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਚੇਂਜ ਕਰਨਾ ਪਏਗਾ। ਜੇ ਉਹ ਚੇਂਜ ਨਹੀਂ ਕਰਨਗੇ ਤਾਂ ਨਵੀਂ ਕੋਈ ਨਾ ਕੋਈ ਪਾਰਟੀ ਖੜੀ ਹੋ ਜਾਏਗੀ। ਠੀਕ ਹੈ, ਉਹੀ ਪਣਪੇਗੀ। ਕੀ ਲੱਗਦਾ ਉਰੋਂ ਕੀ ਖੱਟ ਕੇ ਜਾਵਾਂਗੇ, ਕੀ ਸੇਧ ਲੈ ਕੇ ਜਾਵਾਂਗੇ ਅਸੀਂ? ਦੇਖੋ ਜੀ, ਅਕਾਲ ਪੁਰਖ ਤੇ ਸਾਨੂੰ ਪੂਰਾ ਵਿਸ਼ਵਾਸ ਹੈ, ਕਿਸਾਨ ਇੱਥੋਂ ਜਿੱਤ ਕੇ ਜਾਏਗਾ। ਠੀਕ ਹੈ, ਜਿਵੇਂ ਆਗੂ ਕਹਿਣਗੇ ਹਰ ਕਿਸਾਨ ਉਸੇ ਤਰ੍ਹਾਂ ਖੜਾ ਹੈ, ਹਿੱਕ ਢਾਹ ਕੇ ਖੜਾ ਹੈ। ਹਰ ਕਿਸਾਨ ਮਰਨੇ ਨੂੰ ਵੀ ਤਿਆਰ ਹੈ। ਠੀਕ ਹੈ ਜੀ, ਤੇ ਆਪਾਂ ਕਹਿੰਦੇ ਰੀਚ ਟੂ ਦਾ ਸਟਾਰਸ ਵਿਲ ਨਾਟ ਲੈਟ ਯੂ ਬੈਕ ਵਿਦ ਅ ਹੈਂਡਫੁਲ ਆਫ ਡਸਟ। ਜੇ ਆਪਾਂ ਤਾਰਿਆਂ ਨੂੰ ਤੋੜਨ ਜਾਂਦੇ ਹਾਂ ਤਾਂ ਆਪਾਂ ਧੂੜ ਨਹੀਂ ਲੈ ਕੇ ਆਉਂਦੇ, ਕੁਛ ਨਾ ਕੁਛ ਲੈ ਕੇ ਆਉਂਦੇ ਹਾਂ। ਤੇ ਅਸੀਂ ਜੇ ਇੱਥੇ ਸੰਘਰਸ਼ ਵਿੱਚ ਜੁੜੇ ਹਾਂ, ਸਾਡੇ ਭਰਾ ਜਿਹੜੇ ਇਹ ਸਾਰੇ ਰਾਜਸਥਾਨ, ਜਿਹੜੇ ਕੇਰਲਾ ਤੱਕ ਦੇ ਅਤੇ ਤਮਿਲਨਾਡੂ ਤੱਕ ਦੇ ਕਿਸਾਨ ਇੱਥੇ ਆ ਕੇ ਜੁੜੇ ਹੋਏ ਨੇ, ਇਹ ਸਾਰਿਆਂ ਨਾਲ ਅਸੀਂ ਇੱਕ ਮਜ਼ਬੂਤੀ ਵਿੱਚ ਆ ਰਿਹਾ, ਕਿਸਾਨ ਮਜ਼ਬੂਤੀ ਵਿੱਚ ਆ ਰਿਹਾ ਹੈ। ਠੀਕ ਹੈ, ਇਹ ਘੱਟੋ ਘੱਟ ਇੱਕ ਯੂਨਿਟੀ ਦੀ ਸਿੱਖ ਸਾਰਿਆਂ ਨੂੰ ਦੇ ਕੇ ਜਾਏਗਾ, ਇੱਕ ਨਵਾਂ ਲੈਸਨ ਦੇ ਕੇ ਜਾਏਗਾ ਕਿ ਤੁਹਾਨੂੰ ਯੂਨਿਟ ਇਕੱਠਾ ਹੋਣੇ ਦੀ ਲੋੜ ਹੈ, ਯੂਨਿਟੀ ਕਰਨ ਦੀ ਲੋੜ ਹੈ। ਠੀਕ ਹੈ ਜੀ, ਇਹ ਸਿੱਖ ਜ਼ਰੂਰ ਮਿਲੇਗੀ। ਇੱਥੇ ਆ ਕੇ ਕਿਸੇ ਨੇ ਕੁਝ ਖੋਇਆ ਨਹੀਂ, ਬਹੁਤ ਕੁਝ ਮਿਲਿਆ ਹੈ। ਠੀਕ ਹੈ, ਸਭ ਨੂੰ ਬਹੁਤ ਹਰ ਤਰ੍ਹਾਂ ਦੀ ਨੌਲੇਜ ਮਿਲੀ ਹੈ ਆਪਣੇ ਧਰਮਾਂ ਬਾਰੇ ਮੇਂ, ਆਪਣੀ ਕਿਸਾਨੀ ਬਾਰੇ ਮੇਂ। ਮੈਂ ਵੀ ਜਦੋਂ ਤੱਕ ਆਗੂਆਂ ਨੂੰ ਨਹੀਂ ਸੁਣਦਾ ਸੀਗਾ ਕਿਸਾਨੀ ਬਾਰੇ ਮੇਂ, ਤੇ ਜਿਹੜੀਆਂ ਪੋਲੀਟੀਕਲ ਚਾਲਾਂ ਨੇ ਜੋ ਸਰਕਾਰਾਂ ਸਾਡੇ ਖਿਲਾਫ ਖੇਡਦੀਆਂ ਉਹਨਾਂ ਬਾਰੇ ਮੇਂ ਸਾਨੂੰ ਜਾਗਰੂਕਤਾ ਨਹੀਂ ਸੀ। ਉਹਨਾਂ ਚੀਜ਼ਾਂ ਦੀ ਸਾਨੂੰ ਲਿਟਰੇਚਰ, ਅੱਜ ਇੱਥੇ ਲਿਟਰੇਚਰ ਪੜ੍ਹਾਈ, ਕਿਤਾਬਾਂ ਦੇ ਟਰੱਕ ਵੰਡੇ ਜਾ ਰਹੇ ਨੇ। ਲਿਟਰੇਚਰ ਪੜ੍ਹਨਾ ਹੀ ਬਹੁਤ ਚੰਗੀ ਗੱਲ ਹੈ। ਬੱਚੇ ਲਿਟਰੇਚਰ ਪੜ੍ਹ ਕੇ ਹੀ ਆਪਣੇ ਇਤਿਹਾਸ ਨੂੰ ਜਾਣਦੇ ਨੇ ਤੇ ਉਹਨਾਂ ਨੂੰ ਗਰਵ ਹੁੰਦਾ ਹੈ ਕਿ ਅਸੀਂ ਕਿਸ ਇਤਿਹਾਸ ਦੇ ਵਾਰਿਸ ਹਾਂ। ਠੀਕ ਹੈ, ਤਾਂ ਹੀ ਉਹਨੂੰ ਆਪਣੀ ਜ਼ਿੰਦਗੀ ਵਿੱਚ ਅਮਲ ਵਿੱਚ ਲੈ ਕੇ ਆ ਸਕਦੇ ਨੇ। ਨਹੀਂ ਤਾਂ ਆ ਸੋਸ਼ਲ ਮੀਡੀਆ ਤੇ ਤਾਂ ਨੱਚ ਗਾਣਾ ਹੀ ਹੈ, ਹੋਰ ਕੁਝ ਨਹੀਂ ਹੈਗਾ। ਜੀ ਜਿੱਦਾਂ ਤੁਸੀਂ ਕਿਹਾ ਕੇਰਲਾ ਦੇ, ਤਮਿਲਨਾਡੂ ਦੇ ਕਿਸਾਨ ਆਏ ਨੇ, ਪਰ ਸਰਕਾਰਾਂ ਤਾਂ ਕਹਿ ਰਹੀਆਂ ਨੇ ਚੰਦ ਮੁੱਠੀ ਪਰ ਕਿਸਾਨ ਪੰਜਾਬ ਦੇ ਨੇ ਤੇ ਕੁਝ ਕੁ ਗੁੰਮਰਾਹ ਕੀਤੇ ਹੋਏ ਹਰਿਆਣੇ ਦੇ ਬੈਠੇ ਨੇ। ਪਿਛਲੇ ਮੈਂ 9-10 ਕਿਲੋਮੀਟਰ ਤੋਂ ਪਿੱਛੇ ਦੇਖਦਾ ਆ ਰਿਹਾ ਤਾਂ ਮੇਰੇ ਖਿਆਲ ਤੇ 50,000 ਦੇ ਕਰੀਬ ਟਰਾਲੀਆਂ ਹੋਣਗੀਆਂ, ਜਿਹੜੀਆਂ ਨਾਲ ਗਲੀਆਂ 'ਚ ਲੱਗੀਆਂ ਹੋਈਆਂ, ਕੋਈ ਮੌਲਾਂ 'ਚ ਲੱਗੀਆਂ ਹੋਈਆਂ, ਸੜਕਾਂ 'ਤੇ ਲੱਗੀਆਂ ਹੋਈਆਂ, ਕਿਨਾਰਿਆਂ 'ਤੇ ਲੱਗੀਆਂ ਹੋਈਆਂ, ਖਾਲਿਆਂ ਵਿੱਚ ਲੱਗੀਆਂ ਹੋਈਆਂ ਨੇ। ਠੀਕ ਹੈ, ਟਰਾਲੀਆਂ ਜਿਹੜੀਆਂ ਗੱਡੀਆਂ ਤੇ ਆ ਜਾ ਡੇਲੀ ਲੋਕ ਰਹੇ, ਉਹਨਾਂ ਦੀ ਗਿਣਤੀ ਕੋਈ ਨਹੀਂ ਹੈ। ਜੇ ਇਹ ਸਰਕਾਰਾਂ ਨੂੰ ਤੇ ਸਾਡੇ ਨੈਸ਼ਨਲ ਮੀਡੀਆ ਨੂੰ ਨਹੀਂ ਦਿਖਦਾ ਤਾਂ ਮੈਂ ਕਹਿੰਦਾ ਲਾਹਨਤ ਹੈ। ਇਹ ਤੇ ਵੱਡੀ ਗੱਲ ਕੋਈ ਹੈ ਨਹੀਂ। ਜੇ ਪ੍ਰਧਾਨ ਮੰਤਰੀ ਕੋਲ ਹੈਲੀਕਾਪਟਰ ਤਾਂ ਹੋਏਗਾ, ਇੱਕ ਵਾਰੀ ਉੱਡ ਕੇ ਉੱਪਰ ਦੇਖ ਲਵੇ ਕਿ ਆਜ਼ਾਦੀ ਤੋਂ ਬਾਅਦ ਇਹ ਤੇ ਬੜਾ ਅੰਦੋਲਨ ਅੱਜ ਤੱਕ ਨਹੀਂ ਹੋਇਆ। 1947 ਦੇ ਬਾਅਦ ਮੈਂ ਨਹੀਂ ਮੰਨਦਾ ਕਿ ਇਹ ਤੇ ਬੜਾ ਅੰਦੋਲਨ ਕੋਈ ਹੋਇਆ ਹੋਣਾ। ਠੀਕ ਹੈ, ਸਰਕਾਰਾਂ ਨੂੰ ਇਹਦੇ ਦੇਖਣਾ ਚਾਹੀਦਾ ਹੈ। ਇੱਕ ਇੰਟਰਨੈਸ਼ਨਲ ਲੈਵਲ ਤੇ ਸਾਡੇ ਪ੍ਰਧਾਨ ਮੰਤਰੀ ਪਦ ਦੀ ਇਨਸਲਟ ਹੋ ਰਹੀ ਹੈ ਇਹਨਾਂ ਕਾਨੂੰਨਾਂ ਕਰਕੇ। ਦੇਖੋ, ਪ੍ਰਧਾਨ ਮੰਤਰੀ ਸਾਡਾ ਵੀ ਹੈ। ਠੀਕ ਹੈ, ਚਾਹੇ ਉਹ ਗਲਤ ਕਰ ਰਿਹਾ, ਚਾਹੇ ਜੋ ਵੀ ਕਰ ਰਿਹਾ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਦੇਸ਼ ਦੀ ਕਿਤੇ ਬਦਨਾਮੀ ਹੋਵੇ। ਸਾਡਾ ਇਹ ਤੁਹਾਡੇ ਮੀਡੀਆ ਦੇ ਥਰੂ ਵੀ ਇਹ ਮੈਸੇਜ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਉਹ ਸਾਡੀ ਇਸ ਪੋਸਟ ਦੀ ਇਨਸਲਟ ਨਾ ਕਰਾਉਣ, ਕਿਉਂਕਿ ਨੇਤਾ ਜਿਹੜੇ ਪ੍ਰਧਾਨ ਮੰਤਰੀ ਬਣਦੇ ਨੇ ਉਹ ਤਾਂ ਆਉਂਦੇ ਰਹਿੰਦੇ ਨੇ। ਠੀਕ ਹੈ, ਪਹਿਲੇ ਮਨਮੋਹਨ ਸਾਹਿਬ ਸੀਗੇ, ਉਹ ਤੋਂ ਪਹਿਲੇ ਵਾਜਪੇਈ ਸਾਹਿਬ ਸੀਗੇ। ਠੀਕ ਹੈ, ਪ੍ਰਧਾਨ ਮੰਤਰੀ ਆਉਂਦੇ ਜਾਂਦੇ, ਪਰ ਪੋਸਟ ਦਾ ਰਿਸਪੈਕਟ ਹਮੇਸ਼ਾ ਰਹਿਣੀ, ਪੋਸਟ ਹਮੇਸ਼ਾ ਰਹਿਣੀ ਹੈ। ਉਹਦਾ ਅਪਮਾਨ ਨਾ ਕਰਨ। ਜਿਵੇਂ ਹੁਣ ਜੇ ਦੋ ਨਰਿੰਦਰ ਜਿਹੜੇ ਮਿਲੇ ਹੋਏ ਨੇ, ਨਰਿੰਦਰ ਤੋਮਰ ਤੇ ਨਰਿੰਦਰ ਮੋਦੀ ਜੀ। ਠੀਕ ਹੈ, ਇਹ ਜੋ ਗਲਤ ਕਾਨੂੰਨ ਲੈ ਕੇ ਆਏ ਨੇ, ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲੈਣ। ਸਾਰੇ ਕਾਨੂੰਨ ਆਪਾਂ ਉਂਗਲੀਆਂ ਤੇ ਗਿਣਾਉਣ ਨੂੰ ਤਿਆਰ ਆ, ਸਾਡੇ ਆਗੂ ਉਂਗਲੀਆਂ ਤੇ ਗਿਣਾਉਣ ਨੂੰ ਤਿਆਰ ਨੇ। ਜੇ ਉਹ ਇੰਨੇ ਹੀ ਸੱਚੇ ਨੇ ਤਾਂ ਖੁੱਲੇ ਓਪਨ ਸਟੇਜ ਵਿੱਚ ਆ ਕੇ ਡਿਬੇਟ ਕਰਨ। ਉਹ ਤਾਂ ਕਹਿੰਦੇ ਜੀ ਸਮਝੇ ਨਹੀਂ ਆ ਰਹੇ ਕਿਸਾਨਾਂ ਨੂੰ, ਇਹ ਸਮਝੇ ਨਹੀਂ ਆਏ, ਅਸੀਂ ਸਮਝਾਵਾਂਗੇ। ਪ੍ਰੋਬਲਮ ਉਹਨਾਂ ਦੀ ਇਹ ਹੈ ਕਿ ਕਿਸਾਨਾਂ ਨੂੰ ਇਹ ਸਮਝ ਆ ਚੁੱਕੇ ਨੇ, ਕਿਸਾਨ ਸਮਝ ਚੁੱਕੇ ਨੇ। ਅਗਰ ਉਹਨਾਂ ਨੂੰ ਪ੍ਰੋਬਲਮ ਇਸੇ ਚੀਜ਼ ਤੇ ਕਿ ਕਿਸਾਨ ਸਮਝ ਚੁੱਕੇ ਨੇ, ਜੇ ਕਿਸਾਨ ਨਾ ਸਮਝੇ ਹੁੰਦੇ ਤਾਂ ਕਿਸਾਨ ਇੱਥੇ ਕਿਉਂ ਹੁੰਦੇ ਅੱਜ? ਜੇ ਕਿਸਾਨ ਨਾ ਸਮਝੇ ਹੁੰਦੇ ਤਾਂ ਕਿਸਾਨ ਅੱਜ ਕਿਤਾਬਾਂ ਕਿਉਂ ਪੜ੍ਹ ਰਹੇ ਹੁੰਦੇ? ਠੀਕ ਹੈ ਜੀ, ਉਹਨਾਂ ਨੂੰ ਪ੍ਰੋਬਲਮ ਇਹੀ ਹੈ, ਕਿਸਾਨ ਸਮਝ ਚੁੱਕੇ ਨੇ, ਉਹ ਕਿਸਾਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਨੇ। ਪ੍ਰਧਾਨ ਮੰਤਰੀ ਸਾਹਿਬ 40 ਚੈਨਲ ਨੈਸ਼ਨਲ ਮੀਡੀਆ ਦੇ ਥਰੂ ਤਰ੍ਹਾਂ ਦੇ ਮੈਸੇਜ ਦੇ ਕੇ ਉਹਨਾਂ ਨੂੰ ਗੁੰਮਰਾਹ ਕਰਦੇ ਨੇ। ਡੇਲੀ ਉਹਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਨੇ। ਜੇ ਉਹ ਇੰਨੇ ਸੱਚੇ ਨੇ ਤਾਂ ਇੱਥੇ ਜਿੱਥੇ ਸਿੰਘੂ ਬਾਰਡਰ, ਢਾਂਸਾ ਬਾਰਡਰ, ਕੁੰਡਲੀ ਆਪਣੇ ਬਾਰਡਰ ਤੇ
ਤੇ ਟਿਗਰੀ ਬਾਰਡਰ ਤੇ, ਸ਼ਾਹਜਹਾਂਪੁਰ ਬਾਰਡਰ ਤੇ, ਗਾਜ਼ੀਪੁਰ ਬਾਰਡਰ ਤੇ ਸਾਰੇ ਕਿਤੇ ਕਿਸਾਨ ਬੈਠੇ ਨੇ। ਪ੍ਰਧਾਨ ਮੰਤਰੀ ਸਾਹਿਬ ਉੱਥੇ ਆ ਕੇ ਕਿਸਾਨਾਂ ਨਾਲ ਗੱਲ ਕਰੇ, ਨਾ ਕਿ ਮੱਧ ਪ੍ਰਦੇਸ਼ ਜਾ ਕੇ, ਗੁਜਰਾਤ ਜਾ ਕੇ। ਦਿਸ ਇਜ਼ ਕਾਲਡ ਆਰਟ ਆਫ ਮਿਸ ਡਾਇਰੈਕਸ਼ਨ। ਇਹਨੂੰ ਸਾਡੇ ਮੈਨੇਜਮੈਂਟ ਵਿੱਚ ਪੜ੍ਹਾਇਆ ਜਾਂਦਾ ਹੈ ਕਿ ਇਹਨੂੰ ਕਹਿੰਦੇ ਆਰਟ ਆਫ ਮਿਸ ਡਾਇਰੈਕਸ਼ਨ, ਗੁੰਮਰਾਹ ਕਰਨ ਦੇ ਤਰੀਕੇ। ਤੇ ਸਰਕਾਰ ਗੁੰਮਰਾਹ ਕਰਦੀ ਹੈ। ਜਿਹੜੇ ਮੋਦੀ ਸਾਹਿਬ ਹੈ ਉਹ ਤਰ੍ਹਾਂ ਕਦੀ ਗੁਜਰਾਤ ਜਾ ਕੇ, ਮੱਧ ਪ੍ਰਦੇਸ਼ ਜਾ ਕੇ ਕਿਸਾਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ। ਦਿਸ ਇਜ਼ ਕਾਲਡ ਆਰਟ ਆਫ ਮਿਸ ਡਾਇਰੈਕਸ਼ਨ, ਆਈ ਐਮ ਰਿਪੀਟਿੰਗ, ਠੀਕ ਹੈ। ਇਹ ਆਰਟ ਆਫ ਮਿਸ ਡਾਇਰੈਕਸ਼ਨ ਚੱਲੇਗਾ ਨਹੀਂ। ਉਹਨਾਂ ਨੇ ਕਰ ਲਿਆ ਜਿੰਨਾ ਕਰਨਾ ਸੀਗਾ। ਪੜ੍ਹੀ ਲਿਖੀ ਜਨਤਾ ਹੈ, ਸਾਡੇ ਬੱਚੇ ਪੜ੍ਹੇ ਹੋਏ ਨੇ। ਸਾਡੇ ਤੁਸੀਂ 12 ਸਾਲ ਦੇ ਬੱਚੇ ਤੋਂ ਪੁੱਛ ਸਕਦੇ ਹੋ, ਕਿਸਾਨ ਕਾਨੂੰਨਾਂ ਦੇ ਸਾਰੇ ਨੈਗੇਟਿਵ ਪੁਆਇੰਟ ਗਿਣਾ ਦੇਗਾ। ਸਾਡੇ ਆਗੂ ਜਿਹੜੇ ਕਿਸਾਨ ਨੇਤਾ ਸਾਡੇ ਬੈਠੇ ਨੇ, ਠੀਕ ਹੈ, ਉਹਨਾਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਨੇ ਸਾਰੇ। ਕੋਈ ਪੋਸਟ ਗ੍ਰੈਜੂਏਟ ਹੈ, ਕੋਈ ਗ੍ਰੈਜੂਏਟ ਹੈ, ਅਨਪੜ੍ਹ ਮੰਤਰੀ ਬੈਠੇ ਨੇ ਸਾਡੇ ਸੈਂਟਰ ਵਿੱਚ, ਠੀਕ ਹੈ। ਅਸੀਂ ਚਲੋ ਪਰਸਨਲ ਕਿਸੇ ਨੂੰ ਕੁਝ ਨਹੀਂ ਕਹਿੰਦੇ, ਜੋ ਮਰਜ਼ੀ ਕਰਨ, ਅਨਪੜ੍ਹ ਹੋਵੇ, ਠੀਕ ਹੈ। IAS PCS ਬੈਠੇ ਨੇ ਜਿਹੜੇ ਕਾਨੂੰਨ ਬਣਾਉਂਦੇ ਨੇ। ਬਟ ਜਿਹੜੇ ਇਹ 30 ਦਿਨ ਲਗਾਏ ਜਾਂਦੇ, ਕਦੇ ਅੱਤਵਾਦੀ, ਕਦੇ ਉਹਨਾਂ ਨੂੰ ਕਿਸਾਨਾਂ ਨੂੰ ਸਮਝ ਨਹੀਂ ਆਉਂਦੇ, ਇਹ ਗੱਲਾਂ ਨੂੰ ਆਪਾਂ ਸਿਰੇ ਤੋਂ ਨਕਾਰਦੇ ਹਾਂ, ਠੀਕ ਹੈ। ਇਹ ਨੈਗੇਟਿਵਿਟੀ ਨਾ ਫੈਲਾਈ ਜਾਵੇ ਕਿਸਾਨਾਂ ਬਾਰੇ में। ਤੇ ਜੇ ਉਹਨਾਂ ਨੂੰ ਨਹੀਂ ਕੁਝ ਪਤਾ ਹੈ, ਤੇ ਜਿਹੜੇ ਡਿਬੇਟ ਹੈ ਉਹਨੂੰ ਡਿਬੇਟ ਨੂੰ ਓਪਨ ਕੀਤਾ ਜਾਵੇ। ਜੇ ਉਹ ਇੰਨੇ ਸੱਚੇ ਨੇ, ਜੇ ਉਹਨਾਂ ਨੂੰ ਇੰਨੀ ਨੌਲੇਜ ਹੈ, ਸਾਡੇ ਆਗੂਆਂ ਨਾਲ ਡਿਬੇਟ ਕਰਨ। ਅਸੀਂ ਤਾਂ ਇਹ ਵੀ ਨਹੀਂ ਕਹਿੰਦੇ ਕਿ ਸਾਡੇ ਪੜ੍ਹੇ ਲਿਖੇ ਬੰਦੇ ਜਾਣਗੇ ਜਾਂ ਬਹੁਤ ਜ਼ਿਆਦਾ ਕੋਈ ਅਸੀਂ ਡਾਕਟਰੇਟ ਬੰਦੇ ਭੇਜਾਂਗੇ ਡਿਬੇਟ ਲਈ। ਸਾਡੇ ਆਗੂ ਨੇ ਜਿਹੜੇ ਸਾਰੇ ਜਾਣਕਾਰ ਨੇ, ਠੀਕ ਹੈ, ਉਹ ਡਿਬੇਟ ਕਰਨਗੇ ਓਪਨਲੀ। ਕਿਉਂ ਉੱਥੇ ਕਿਸਾਨ ਭਵਨ, ਉਹਦੇ ਵਿਗਿਆਨ ਭਵਨ ਵਿੱਚ ਲੁਕ ਕੇ ਮੀਟਿੰਗਾਂ ਕਰਦੇ ਨੇ, ਉਹਨੂੰ ਪਬਲਿਕ ਕਰ ਦੇਣ। ਜੀ ਧੰਨਵਾਦ ਜੀ। ਠੀਕ ਹੈ ਜੀ। ਸਾਡੇ ਨਾਲ ਮਾਤਾ ਜੀ ਨੇ। ਹਾਂਜੀ ਮਾਤਾ ਜੀ, ਕੀ ਨਾਮ ਹੈ ਜੀ? ਰਜਿੰਦਰ ਕੌਰ ਹੈ। ਹਾਂਜੀ, ਕਿੱਥੋਂ ਆਏ ਹੋ ਮਾਤਾ ਜੀ? ਅਸੀਂ ਕੁਰਕਸ਼ੇਤਰ ਤੋਂ ਆਏ ਜੀ। ਹਾਂਜੀ, ਤੁਸੀਂ ਆਏ ਹੋ ਇੱਥੇ, ਕਿੱਦਾਂ ਲੱਗਿਆ ਤੁਹਾਨੂੰ, ਕੀ ਦੇਖਿਆ ਤੁਸੀਂ? ਮੈਂ 67 ਏਜ ਦੀ ਹੋ ਗਈ। ਮੈਂ ਪਹਿਲੀ ਦਫਾ ਆਪਣੀ ਜ਼ਿੰਦਗੀ 'ਚ ਇਹ ਐਡਾ ਬੜਾ ਸੰਘਰਸ਼ ਦੇਖਿਆ, ਜਿਹੜਾ ਆਪਾਂ ਸਾਰੇ ਧਰਮਾਂ, ਸਾਰੇ ਜਾਤਾਂ, ਸਾਰੀਆਂ ਬਿਰਾਦਰੀਆਂ ਦਾ ਇਕੱਠਾ ਹੋ ਕੇ ਇਹ ਇੱਕ ਸੰਘਰਸ਼ ਆ, ਬਹੁਤ ਵੱਡਾ ਸੰਘਰਸ਼ ਆ। ਯਾਨੀ ਕਿ ਮੈਂ ਅੱਜ ਤੱਕ ਕਦੇ ਨਹੀਂ ਦੇਖਿਆ ਸੀ ਇੰਨੀ ਏਜ ਦੇ ਵਿੱਚ। ਪਹਿਲਾ ਸੰਘਰਸ਼ ਦੇਖਿਆ, ਸਾਡੀ ਏਕਤਾ ਦਿਖੀ, ਸਾਡੇ ਬੱਚਿਆਂ ਦੀ ਏਕਤਾ ਦਿਖੀ। ਸਾਡੇ ਬੱਚੇ ਨਸ਼ੇੜੀ ਕਹਿੰਦੇ ਸੀ, ਅੱਜ ਸਾਨੂੰ ਇਹ ਪਤਾ ਸਾਡੇ ਬੱਚਿਆਂ ਦੀ ਜਵਾਨੀ ਕਿੰਨੀ ਵੱਡੀ ਆ। ਤੁਸੀਂ ਕਿਹਾ ਸਾਡੇ ਬੱਚਿਆਂ 'ਚ ਏਕਤਾ ਦਿਖੀ, ਸਾਰੇ ਇੱਕ ਹੋ ਗਏ, ਪਰ ਸਰਕਾਰਾਂ ਤਾਂ ਕਹਿ ਰਹੀਆਂ ਨੇ ਇਹ ਅੱਤਵਾਦੀ ਨੇ। ਇਹ ਇਸ ਤਰ੍ਹਾਂ ਆ, ਜਦ ਤੱਕ ਸਰਕਾਰ ਨੂੰ ਇਹ ਸਮਝ ਹੀ ਨਹੀਂ ਆਉਂਦੀ ਵੀ ਇਹ ਬੱਚੇ ਔਰ ਇਹ ਸਾਡੇ ਕਿਸਾਨ ਇਕਜੁੱਟ ਹੋ ਗਏ, ਜਦ ਉਹਨਾਂ ਨੂੰ ਸਮਝ ਆਏਗੀ ਤਦ ਹੀ ਉਹ ਸਾਨੂੰ ਫੈਸਲਾ ਦੇਣਗੇ। ਉਹਨਾਂ ਨੂੰ ਹਾਲੇ ਤੱਕ ਸਮਝ ਨਹੀਂ ਆ ਰਹੀ, ਉਹ ਬੇਸਮਝ ਹੈ। ਮੈਂ ਇਹੀ ਚੀਜ਼ ਕਹਿੰਦੀ ਵਾਰ-ਵਾਰ ਵੀ ਉਹ ਸਮਝਣ ਇਸ ਚੀਜ਼ ਨੂੰ ਵੀ ਕਿਸਾਨ ਕੀ ਚੀਜ਼ ਮੰਗ ਰਹੇ। ਜਦ ਤੱਕ ਉਹਨਾਂ ਦੇ ਕਾਲੇ ਕਾਨੂੰਨ ਵਾਪਸ ਨਹੀਂ ਆਉਂਦੇ, ਸਾਡੇ ਮਾਤਾ ਜੀ ਸਮਝ ਨਹੀਂ ਆਈ, ਜਾਂ ਉਹ ਜਿਨ੍ਹਾਂ ਦੇ ਚੌਕੀਦਾਰ ਨੇ ਅਵਾਨੀ ਅਡਾਨੀ ਦੇ, ਉਹਨਾਂ ਦੀ ਉਹਨਾਂ ਲੱਗ ਕੇ ਤਾਂ ਉਹਨਾਂ ਦੇ ਪਿੱਛੇ ਲੱਗੇ ਵੇ। ਉਹ ਇਸ ਚੀਜ਼ ਨੂੰ ਇਹ ਚੀਜ਼ ਕਰ ਰਿਹਾ ਵੀ ਜੋ ਉਹ ਕਹਿ ਦਿੱਤਾ, ਉਹ ਅਸਲ ਵਿੱਚ ਫਸ ਗਿਆ ਵਾ ਆ ਜੀ। ਜਿਹੜਾ ਮੋਦੀ ਹੈ ਉਹ ਫਸ ਗਿਆ ਵਾ, ਉਹ ਇਸ ਕਰਕੇ ਫਸ ਗਿਆ, ਪੈਸਾ ਉਹਨਾਂ ਕੋਲੋਂ ਲੈ ਕੇ ਯੂਜ਼ ਕਰ ਲਿਆ ਵਾ। ਹੁਣ ਉਹ ਜੰਜਾਲ ਵਿੱਚ ਫਸ ਗਿਆ। ਜਿਸ ਤਰ੍ਹਾਂ ਇੱਕ ਕੜੱਕੀ 'ਚ ਇੱਕ ਚੂਹਾ ਫਸ ਜਾਂਦਾ, ਉਹ ਕੜੱਕੀ ਵਿੱਚ ਫਸਿਆ ਵਾ ਇਸ ਟਾਈਮ। ਉਹ ਨਾ ਨਿਕਲਣ ਜੋਗਾ, ਨਾ ਉਹ ਬਚਣ ਜੋਗਾ ਆ, ਵਿੱਚ ਫਸਿਆ ਵਾ ਆ। ਹੁਣ ਜੇ ਤਾਂ ਉਹ ਜਵਾਬ ਦਿੰਦਾ ਆ ਵੀ ਅਸੀਂ ਇਹ ਕਾਲਾ ਕਾਨੂੰਨ ਵਾਪਸ ਕਰ ਦਿੰਦੇ, ਤਦ ਉਹ ਅਡਾਨੀ ਉਹਦੀ ਗਾਲ ਤੇ ਸਿੰਘੀ 'ਚ ਹੱਥ ਦਿੰਦੇ ਵੀ ਇਹ ਤੂੰ ਕਿਆ ਕਰ ਰਿਹਾ। ਜੇ ਕਿਸਾਨਾਂ ਨੂੰ ਮੋੜ ਦੇਣ ਤਾਂ ਕਿਸਾਨ ਬੈਠੇ ਧਰਨੇ ਤੇ, ਉਹ ਇਸ ਕਰਕੇ ਫਸਿਆ ਵਾ। ਹੁਣ ਕਿੱਦਾਂ, ਕੀ ਲੱਗਦਾ, ਕੀ ਫੈਸਲਾ ਆਊਗਾ? ਇਹ ਦੇਖੋ ਜੀ, ਆਖਰ ਕਰਕੇ ਤਾਂ ਜਿੱਤ ਕਿਸਾਨ ਦੀ ਹੋਣੀ ਆ, ਕਿ ਉਹ ਸੱਚੇ ਆ। ਉਹ ਸੱਚੇ, ਆਪਣੀ ਹਿੰਮਤ ਨਾਲ, ਆਪਣੇ ਮਿਹਨਤ ਦੇ ਨਾਲ ਮਜ਼ਬੂਤ ਕੌਮ ਖੜੀ ਆ, ਸਾਰੇ ਸੰਘਰਸ਼ ਵਿੱਚ ਖੜੇ ਆ। ਦੇਖੋ ਤੁਸੀਂ, ਇਸ ਵਿੱਚ ਕੋਈ ਜਾਤ ਨਹੀਂ, ਕੋਈ ਮੁਸਲਮਾਨ ਆ, ਕੋਈ ਹਿੰਦੂ ਆ, ਕੋਈ ਮਜ਼੍ਹਬੀ ਆ, ਕੋਈ ਸਿੱਖ ਆ, ਕੋਈ ਈਸਾਈ, ਕੋਈ ਐਸਾ ਬੰਦਾ ਹੈ ਨਹੀਂ ਜਿਹੜਾ ਇਸ ਵਿੱਚ ਨਾ ਖੜਿਆ ਹੋਵੇ। ਸਾਰੇ ਇਕਜੁੱਟ ਹੋਏ ਵੇ ਆ। ਹਾਂ, ਹਾਂਜੀ, ਬਸ ਉਹ ਇਕਜੁੱਟ ਹੋ ਕੇ ਇਹ ਦਿਖਾ ਦਿੱਤਾ ਮੋਦੀ ਨੂੰ ਆਖਿਰਕਾਰ ਫੈਸਲਾ ਦੇਣਾ ਪੈਣਾ। ਬਾਪੂ ਜੀ ਨੇ ਸਾਡੇ ਨਾਲ। ਬਾਪੂ ਜੀ, ਕੀ ਨਾਮ ਹੈ ਜੀ? ਧਿਆਨ ਸਿੰਘ ਜੀ। ਕਿੱਥੋਂ ਆਏ ਜੀ? ਮੈਂ ਕੁਰੂਕਸ਼ੇਤਰ ਤੋਂ ਆਇਆ ਜੀ। ਕੁਰੂਕਸ਼ੇਤਰ ਤੋਂ। ਕੀ ਦੇਖਿਆ ਜੀ, ਕੀ ਲੱਗ ਰਿਹਾ ਤੁਹਾਨੂੰ? ਇੱਥੇ ਸੰਘਰਸ਼ ਚੱਲ ਰਿਹਾ, ਪਰ ਸਰਕਾਰਾਂ ਕਹਿ ਰਹੀਆਂ ਨੇ ਦੇਸ਼ ਦਰੋਹੀ ਨੇ ਇਹ ਜਿਹੜੇ ਲੋਕ ਬੈਠੇ। ਮੈਨੂੰ ਬੜਾ ਅੱਛਾ ਲੱਗ ਰਿਹਾ ਸਾਰਾ ਇਹਨੂੰ ਆਪਣਾ ਬਾਨੀ ਅਡਾਨੀ ਵਗੈਰਾ ਸਾਰਿਆਂ ਦੇ ਪਿੱਛੇ ਲੱਗ ਕੇ ਨਾ ਇਹ ਕਾਲਾ ਕਾਨੂੰਨ ਭੇਜਿਆ। ਇਹ ਅਸੀਂ ਹੋਣ ਨਹੀਂ ਦਊਂਗੇ। ਸਾਰਾ ਇਹ ਕਿਸਾਨਾਂ ਦੀ ਜਿੱਤ ਹੋਏਗੀ। ਇਹ ਸਾਰਾ ਕੁਝ ਅੱਛਾ ਲੱਗ ਰਿਹਾ, ਮੈਨੂੰ ਬਹੁਤ ਅੱਛਾ ਲੱਗ ਰਿਹਾ। ਕਿੰਨੀ ਉਮਰ ਹੋ ਗਈ ਹੈ ਜੀ ਤੁਹਾਡੀ? ਮੇਰੀ 70 ਸਾਲ ਉਮਰ ਹੋ ਗਈ ਜੀ। ਦੇਖਿਆ ਜੀ ਇਦਾਂ ਦਾ ਕੋਈ ਸੰਘਰਸ਼? 70 ਸਾਲ ਹੋ ਗਏ ਨੇ। 70 ਸਾਲ ਤੱਕ ਨਹੀਂ ਦੇਖਿਆ। ਮੈਂ ਤਾਂ ਗਵਰਨਮੈਂਟ ਜੌਬ ਕਰੀ ਇੱਥੇ 35 ਸਾਲ ਜੌਬ ਕਰਕੇ ਹੁਣ ਮੈਂ ਸਪੈਸ਼ਲ ਇਹ ਦੇਖਣ ਆਇਆ, ਸਾਰੇ ਮਿਲ ਕੇ ਨਾ ਦੇਖਣਾ, ਮੈਨੂੰ ਬੜਾ ਅੱਛਾ ਲੱਗਿਆ ਜੀ। ਤੇ ਮੈਂ ਬੜਾ ਅੱਛਾ ਮਹਿਸੂਸ ਕਰ ਰਿਹਾ। ਔਰ ਇਹ ਮੋਦੀ ਨੂੰ ਇਹ ਤਿੰਨੋਂ ਕਾਨੂੰਨ ਸਾਰੇ ਵਾਪਸ ਲੈਣੇ ਪਊਂਗੇ ਔਰ ਕਿਸਾਨਾਂ ਦੀ ਜਿੱਤ ਹੋਏਗੀ ਔਰ ਅਸੀਂ ਜਿੱਤ ਕੇ ਜਾਵਾਂਗੇ ਜੀ। ਧੰਨਵਾਦ ਜੀ। ਹਾਂਜੀ, ਇਹ ਸਨ ਬਜ਼ੁਰਗ ਜਿਨ੍ਹਾਂ ਦਾ ਕਹਿਣਾ ਹੈ ਕਿ 70 ਸਾਲ ਦੀ ਉਮਰ ਹੋ ਗਈ ਹੈ, ਇੱਦਾਂ ਦੇ ਅੰਦੋਲਨ ਨਹੀਂ ਦੇਖਣ ਨੂੰ ਮਿਲੇ, ਪਰ ਅੱਜ ਜੋ ਅੰਦੋਲਨ ਚੱਲ ਰਿਹਾ ਹੈ ਇਹ ਇੱਕ ਰਿਕਾਰਡ ਕਾਇਮ ਕਰੇਗਾ ਤੇ ਜਿੱਤ ਕੇ ਜਾਵਾਂਗੇ ਸੈਂਟਰ ਸਰਕਾਰ ਨੂੰ। ਹਾਂਜੀ ਵੀਰ ਜੀ। ਮੈਂ ਕਵਿਤਾ ਦੇ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦਾ ਜੀ ਸਰਕਾਰ ਨੂੰ, ਜਿਹੜੀ ਕਹਿੰਦੀ ਹੈ ਕਿ
ਬਹੁਤ ਸਾਰੇ ਲੋਕ ਇਹ ਅਫਵਾਹ ਫੈਲਾਉਂਦੇ ਨੇ ਕਿ ਪੁਲਿਸ ਖੜੀ ਹੈ, ਪੁਲਿਸ ਕੋਈ ਸਾਨੂੰ ਮਾਰਨੇ ਨੂੰ ਨਹੀਂ ਖੜੀ ਹੈ, ਸਾਡੇ ਭਰਾ ਨੇ ਉਹ ਜੀ। ਠੀਕ ਹੈ ਜੀ। ਤੇ ਬਹੁਤ ਸਾਰੇ ਗੱਦਾਰ ਜਿਹੜੇ ਦੇਸ਼ ਦੇ ਜਿਹੜੇ ਹਮੇਸ਼ਾ ਤੇ ਪਹਿਲੇ ਜਿਵੇਂ ਅੰਗਰੇਜ਼ਾਂ ਦੇ ਟਾਈਮ ਤੇ ਕੁਝ ਗੱਦਾਰ ਸੀਗੇ, ਉਹਨਾਂ ਗੱਦਾਰਾਂ ਨੇ ਕਿ ਉਹਨਾਂ ਨੇ ਆਪਣੇ ਜ਼ਮੀਰ ਵੇਚਤੇ, ਠੀਕ ਹੈ। ਤੇ ਉਹਨਾਂ ਦੀ ਵੀ ਮੈਂ ਇਸ ਕਵਿਤਾ ਦੇ ਥਰੂ ਜ਼ਿਕਰ ਕਰੂੰਗਾ। ਉਹਨਾਂ ਜਿਹੜੇ ਗੱਦਾਰ ਅੱਜ ਜਾ ਕੇ ਗਵਰਨਮੈਂਟ ਨੂੰ ਕਹਿ ਰਹੇ ਨੇ ਕਿ ਵੀ ਆਰ ਇਨ ਸਪੋਰਟ ਆਫ ਥੀਸ ਐਂਟੀ ਫਾਰਮ ਲਾਜ਼, ਜਿਹੜੇ ਕਿਸਾਨ ਵਿਰੋਧੀ ਕਾਨੂੰਨ ਨੇ, ਉਹਨਾਂ ਦੀ ਸਪੋਰਟ ਵਿੱਚ ਹੈ। ਮੈਂ ਉਹਨਾਂ ਨੂੰ ਇੱਥੇ ਉਹਨਾਂ ਦੇ ਜ਼ਮੀਰ ਤੇ ਬਿਲकुल क्वेश्चन चकूंगा, ठीक है। मेरे भाइयों के हाथ में देकर बंदूकें मुझे धमकाना चाहता है, मेरे भाइयों के हाथ में देकर बंदूकें मुझे धमकाना चाहता है। वो नासमझ आग को फूंक मारकर बुझाना चाहता है, वो नासमझ आग को फूंक मारकर बुझाना चाहता है। रोज उठती है लाशें किसानों की फिर भी ना जाने, रोज उठती है लाशें किसानों की फिर भी ना जाने। हाकिम किसान का और कौन सा सब्र आजमाना चाहता है। जाग जाओ शहर वालों गांव तो जाग गए हैं, जाग जाओ शहर वालों गांव तो जाग गए हैं। जालिम जय जवान को जय किसान से लड़ाना चाहता है, जालिम जय जवान को जय किसान से लड़ाना चाहता है। मैं मरूंगा यहीं सड़कों पर सर पटक पटक के, मैं मरूंगा यहीं सड़कों पर सर पटक पटक के। बिक जाए अगर किसी का ज़मीर बिक जाना चाहता है, जिन्होंने ज़मीर बिक गए ने, जो जाके गवर्नमेंट को कह रहे हैं कि हम गवर्नमेंट के इस लॉज के सपोर्ट में हैं, हाँ, नकली किसान जो है, ठीक है। मैं मरूंगा यहीं सड़कों पे सर पटक पटक के, बिक जाए अगर किसी का ज़मीर बिक जाना चाहता है। कभी मिट्टी में मिट्टी होकर तो देख, कभी मिट्टी में मिट्टी होकर तो देख, प्रधानमंत्री जी लिए, कभी मिट्टी में मिट्टी होकर तो देख। आ सड़क पर आ अगर कोई बात बनाना चाहता है, यहाँ पे आके हमारे किसान आगुओं से बात करें। आ सड़क पर आ अगर कोई बात बनाना चाहता है। दबा लेगा मुझे, डरा लेगा मुझे, ये भरम है तेरा, डरा लेगा मुझे, दबा लेगा मुझे, ये भरम है तेरा। उसको क्या मारेगा कोई जो देश के लिए मिट जाना चाहता है। लिबास उतारना होगा इन रंगे सियारों का, लिबास उतारना होगा इन रंगे सियारों का, क्योंकि अब हम तक तो ठीक था, हम तक तो ठीक था, अभी हमारी नस्लों को खा जाना चाहता है। लिबास उतारना होगा इन रंगे सियारों का, क्योंकि हम तक तो ठीक था, अभी हमारी नस्लों को खा जाना चाहता है। तू क्यों बिका हाकिम, तू क्यों बिका हाकिम, किसके हाथ बिका ये नहीं पूछना मुझको। तू क्यों बिका हाकिम, किसके हाथ बिका ये नहीं पूछना मुझको। पर याद रख ये परिंदा अब अपना आशियाना चाहता है। तेरी जिद सरकार रहने तक है, तेरी जिद, प्रधानमंत्री जी लिए फिर से, तेरी जिद सरकार रहने तक है और हमारी जिद जिंदा रहने तक, तेरी जिद सरकार रहने तक है और हमारी जिद जिंदा रहने तक। किसान तुझे ये साफ साफ बतलाना चाहता है, तेरी जिद सरकार रहने तक है और हमारी जिंदा रहने तक। किसान तुझे साफ साफ बतलाना चाहता है, किसान तुझे साफ साफ बतलाना चाहता है। ਹਾਂਜੀ, ਇਹ ਸਨ ਵੀਰ ਜਿਨ੍ਹਾਂ ਨੇ ਬਹੁਤ ਵਧੀਆ ਕਵਿਤਾ ਬੋਲੀ ਤੇ ਇਹਨਾਂ ਦਾ ਕਹਿਣਾ ਹੈ ਕਿ ਤੇਰੀ ਜਿੱਦ ਸਰਕਾਰ ਰਹਿਣ ਤੱਕ ਆ ਤੇ ਸਾਡੀ ਜਿੱਦ ਜਿੰਦਾ ਰਹਿਣ ਤੱਕ ਆ। ਅਸੀਂ ਜਿੰਨਾ ਚਿਰ ਜਿਉਂਦੇ ਆ ਇੱਦਾਂ ਦੇ ਸੰਘਰਸ਼ ਲੜਦੇ ਰਹਾਂਗੇ ਤੇ ਜ਼ਾਲਮ ਸਰਕਾਰਾਂ ਨੂੰ ਆਵਾਜ਼ ਉਠਾਉਂਦੇ ਰਹਾਂਗੇ ਤੇ ਕਾਲੇ ਕਾਨੂੰਨ ਅਸੀਂ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇ। ਜਿੰਨਾ ਚਿਰ ਸਾਡੇ ਸਰੀਰ 'ਚ ਸਾਹ ਹੈ ਅਸੀਂ ਲੜਾਈਆਂ ਲੜਦੇ ਰਹਾਂਗੇ। ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਕੁੰਡਲੀ ਬਾਰਡਰ, ਦਿੱਲੀ।